ਤੇ ਮੈਂ ਮੋਨੀਟਰ ਹਾਂ ਤੇ ਜਦੋਂ ਵੀ ਇਹ ਇਦਾਂ ਇਨਡਿਸਪਲਿਨ ਹੁੰਦਾ ਨਾ ਫਿਰ ਮੈਨੂੰ ਕੰਟਰੋਲ ਲੈਣਾ ਪੈਂਦਾ ਤੇ ਰੀਲ ਹੀ ਨਹੀਂ ਬਣ ਰਹੀ। ਕੱਲ ਦੀ ਅਸੀਂ ਰੀਲ ਸ਼ੂਟ ਕਰ ਰਹੇ, ਰੀਲ ਹੀ ਨਹੀਂ ਬਣ ਰਹੀ। ਪਤਾ ਨਹੀਂ ਕੀ ਹੋ ਰਿਹਾ। ਹੁਣ ਮੈਂ ਕਹਿ ਕਿੱਦਾਂ ਮਤਲਬ ਕੋਕੋ ਬਲੂਚੀ ਨੇ ਉਹਦੀ ਕੋਰੀਓਗ੍ਰਾਫੀ ਦੱਸੀ, ਠੀਕ ਆ। ਮੈਂ ਉਹਨੂੰ ਡਾਇਰੈਕਟ ਵੀ ਕੀਤਾ, ਵਿੱਚ ਮੈਂ ਰੀਲ ਦੇ ਐਕਟ ਵੀ ਕੀਤਾ, ਨਾਲੇ ਕੋ ਐਕਟਰ ਨੂੰ ਵੀ ਦੱਸਿਆ ਆ ਕਰੋ ਉਹ ਕਰੋ। ਹੁਣ ਸਭ ਕੁਝ ਕਰਤਾ, ਹੁਣ ਐਡਿਟ ਤੇ ਕਰਕੇ ਮੈਨੂੰ ਦੇ ਦਿਓ ਯਾਰ। ਮੈਂ ਕੱਲ ਦਾ ਮੰਗ ਰਹੀ ਹਾਂ, ਤੁਸੀਂ ਪਲੀਜ਼ ਆਪਣੀ ਸਵੀਟਨੈਸ ਘੱਟ ਕਰੋ। ਮੈਂ ਤੁਹਾਡੇ ਲਈ ਇੱਕ ਗਿਫਟ ਭੇਜ ਰਿਹਾ ਐਂਡ ਆਲ ਦ ਵੈਰੀ ਬੈਸਟ ਫॉर योर ਫਿਲਮ, ਲਵ ਯੂ। ਉਹ ਨਾਮ ਨਹੀਂ ਕੁਝ ਹੈਗਾ, ਇਹ ਗੁਮਨਾਮ ਬੰਦਾ ਹੈ। ਲੋ ਗਿਫਟ ਸਾਡਾ, ਇਹ ਥੋੜਾ ਰੈਪ ਕਰਕੇ ਕਹਿੰਦੇ ਇਹ ਸ਼ੂਜ਼ ਨੂੰ ਕਹੀਦਾ ਹੈ ਡਿਸਟ੍ਰੈਸ। ਤੁਹਾਨੂੰ ਨਹੀਂ ਲੱਗਦਾ ਕਿ ਕਿਚੜ ਨਿਕਲ ਕੇ ਬੰਦਾ ਹੈ ਨਾ ਡਾਇਲੋਗ ਵੀ ਸੁਣਾ ਦੋ ਨਾ, ਸਟ੍ਰੈਸ ਤਾਂ ਤੈਨੂੰ ਹੋਣੀ ਹੈ ਨਾ। ਸਹੀ ਗੱਲ। ਇਹ ਸ਼ੂਜ਼ ਉਦਣ ਪਾਏ ਹੁੰਦੇ ਨਾ ਤੇ ਮੈਂ ਸੱਚੀ ਤੇ ਤਾਂ ਕਢਾ ਦੇਣੇ ਸੀ, ਸਿੱਟ ਦੇਣੇ ਸੀ। ਮੈਂ ਉਸ ਸੀਨ 'ਚ ਸੇਮ ਸ਼ੂਜ਼ ਪਾਏ। ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਔਰ ਕੁਝ ਸਾਲ ਕੰਮ ਵੀ ਕਰ ਰਹੀ ਸੀ ਤਾਂ ਮੈਨੂੰ ਇਹ ਲੱਗਦਾ ਸੀ ਹਾਏ ਮੇਰੇ ਚੀਕਸ ਕਿੰਨੇ ਵੱਡੇ ਆ, ਇੰਨੇ ਮੋਟੇ ਆ, ਮੈਂ ਕਿੱਦਾਂ ਇਹਨਾਂ ਨੂੰ ਘੱਟ ਕਰਾਂ, ਕਿੱਦਾਂ ਪਤਲੇ ਕਰਾਂ, ਕਿੱਦਾਂ। ਸੋ ਆਈ ਨੈਵਰ ਲਾਈਕਡ ਮਾਈ ਚੀਕਸ ਅਰਲੀਅਰ। ਆਈ ਵਾਜ਼ ਵੈਰੀ ਇਨਸਿਕਿਉਰ ਅਬਾਊਟ ਦੈਮ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਚੈਨਲ 7 ਤੇ ਮੈਂ ਜੀ ਹਲੀਨ ਸਾਨੀ। ਤੇ ਅੱਜ ਮੇਰੇ ਨਾਲ ਨਾ ਬਹੁਤ ਹੀ ਖੂਬਸੂਰਤ ਪਹਿਲਾਂ ਤਾਂ ਕੁੜੀਆਂ ਆਸ-ਪਾਸ ਬੈਠੀਆਂ ਹੋਈਆਂ ਨੇ। ਜਿਨ ਮਾਈ ਦੀ ਸਟਾਰ ਕਾਸਟ ਹੈ, ਸੋਨਮ ਬਾਜਵਾ ਜੀ ਨੇ, ਰਾਜ ਸ਼ੌਕਰ ਜੀ ਨੇ ਐਂਡ ਨਾਲ ਹੀ ਨਾਲ ਅਜੇ ਜੀ ਨੇ। ਉਹਨਾਂ ਨੂੰ ਮੈਂ ਥੋੜਾ ਜਿਹਾ ਸਾਈਡ ਤੇ ਕੀਤਾ ਕਿਉਂਕਿ ਮੈਂ ਵਿੱਚ ਬਹਿਣਾ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਸੋਨਮ, ਮੈਨੂੰ ਹੁਣੇ ਪਤਾ ਲੱਗਾ ਤੁਸੀਂ ਟੀਚਰ ਵੀ ਹੋ। ਮੈਂ ਕਲਾਸ ਮੋਨੀਟਰ ਹਾਂ। ਮੈਂ ਬਚਪਨ 'ਚ ਵੀ ਇਸ ਕਲਾਸ 'ਚ ਮੋਨੀਟਰ ਰਹੀ ਹਾਂ ਤੇ ਮੈਂ ਇੱਥੇ ਵੀ ਜਿਹੜੇ ਕਲਾਸ ਮੋਨੀਟਰ ਦਾ ਕੀ ਕੰਮ ਹੁੰਦਾ, ਜਦੋਂ ਟੀਚਰ ਤਾਂ ਸਾਡਾ ਚੱਲ ਗਿਆ ਐਕਚੁਅਲੀ ਮਨਮੋਹਨ ਸਿੱਧੂ, ਉਹ ਕਲਾਸ ਦੇ ਟੀਚਰ ਆ ਤੇ ਮੈਂ ਮੋਨੀਟਰ ਹਾਂ। ਤੇ ਜਦੋਂ ਵੀ ਇਹ ਇਦਾਂ ਇਨਡਿਸਪਲਿਨ ਹੁੰਦਾ ਨਾ ਫਿਰ ਮੈਨੂੰ ਕੰਟਰੋਲ ਲੈਣਾ ਪੈਂਦਾ ਆ। ਕਿਹੜੀਆਂ ਜ਼ਿੰਮੇਵਾਰੀਆਂ ਹੁਣੇ ਨਿਭਾ ਰਹੇ ਸੀ ਤੁਸੀਂ? ਯਾਰ ਇੱਕ ਤੇ ਨਾ ਵੇਖੋ ਪ੍ਰੋਡਿਊਸਰ ਵੱਲੋਂ ਇੰਨਾ ਪ੍ਰੈਸ਼ਰ ਹੈ, ਰੀਲ ਬਣਾਓ, ਫਿਲਮ ਦੇ ਗਾਣੇ ਤੇ ਰੀਲ ਬਣਾਓ ਤੇ ਰੀਲ ਹੀ ਨਹੀਂ ਬਣ ਰਹੀ। ਕੱਲ ਦੀ ਅਸੀਂ ਰੀਲ ਸ਼ੂਟ ਕਰ ਰਹੇ, ਰੀਲ ਹੀ ਨਹੀਂ ਬਣ ਰਹੀ। ਪਤਾ ਨਹੀਂ ਕੀ ਹੋ ਰਿਹਾ। ਹੁਣ ਮੈਂ ਕਹਿ ਕਿੱਦਾਂ ਮਤਲਬ ਕੋਕੋ ਬਲੂਚੀ ਨੇ ਉਹਦੀ ਕੋਰੀਓਗ੍ਰਾਫੀ ਦੱਸੀ, ਠੀਕ ਆ। ਮੈਂ ਉਹਨੂੰ ਡਾਇਰੈਕਟ ਵੀ ਕੀਤਾ, ਵਿੱਚ ਮੈਂ ਰੀਲ ਦੇ ਐਕਟ ਵੀ ਕੀਤਾ, ਨਾਲੇ ਕੋ ਐਕਟਰ ਨੂੰ ਵੀ ਦੱਸਿਆ ਆ ਕਰੋ ਉਹ ਕਰੋ। ਹੁਣ ਸਭ ਕੁਝ ਕਰਤਾ, ਹੁਣ ਐਡਿਟ ਤੇ ਕਰਕੇ ਮੈਨੂੰ ਦੇ ਦਿਓ ਯਾਰ। ਮੈਂ ਕੱਲ ਦਾ ਮੰਗ ਰਹੀ ਹਾਂ ਕਿ ਮੈਨੂੰ ਰੀਲ ਹੀ ਨਹੀਂ ਦੇ। ਬਟ ਵਾਟ ਡੂ ਵੀ ਡੂ? ਅੱਜ ਕੱਲ੍ਹ ਰੀਲ ਬੜੀ ਚੈਨਲ ਰਾਹੀਂ ਇਹ ਰਿਕੁਐਸਟ ਕਰ ਰਹੇ ਸਾਡੇ ਪ੍ਰੋਡਿਊਸਰ ਨੂੰ ਕਿ ਆਪਣੀ ਟੀਮ ਨੂੰ ਕਹੋ ਕਿ ਇਹਨਾਂ ਨੂੰ ਰੀਲ ਛੇਤੀ ਦੇ ਦੇਣ ਤੇ ਮੇਰੇ ਤੇ ਪ੍ਰੈਸ਼ਰ ਨਾ ਪਾਓ ਰੀਲਾਂ ਪਾਉਣ ਦਾ। ਹੈਲੋ ਰਾਜ, ਪਹਿਲਾਂ ਤਾਂ ਬਹੁਤ ਸਵਾਗਤ ਹੈ ਪੰਜਾਬ ਦੇ ਵਿੱਚ। ਹੈ ਨਾ, ਤੁਸੀਂ ਇੰਟਰੋਡਿਊਸ ਹੋਏ ਇਸ ਫਿਲਮ ਦੇ ਦੌਰਾਨ। ਪਹਿਲਾਂ ਦੱਸੋ, ਸੋਨਮ ਤੰਗ ਕਰਦੇ ਨੇ ਸੈੱਟ ਤੇ? No, not at all. I mean, promotions ਦੇ ਵਿੱਚ ਹੁਣ ਥੋੜਾ ਸਟਾਰਟ ਕਰ ਰਹੇ ਨੇ but she is very sweet. I think ਜਿਹੜਾ ਤੰਗ ਕਰਦਾ ਹੈ ਉਹ ਸਾਈਡ ਤੇ ਬੈਠੇ ਨੇ। but regardless I'm very lucky. ਮੈਂ ਬਹੁਤ excited ਹਾਂ। ਤੰਗ ਨਹੀਂ ਕੀਤਾ ਇਹਨਾਂ ਨੂੰ। ਪੰਜਾਬੀ 'ਚ ਆਪਣਾ ਆਰਡਰ ਨਹੀਂ ਸੀ ਦੇਣਾ ਆ ਰਿਹਾ ਹੈ ਨਾ। ਮੈਂ ਤਾਂ ਸਗੋਂ ਸੌਖਾ ਬਣਾਇਆ। ਮੈਂ ਕਿਹਾ ਸਟਾਰਬਕਸ ਨੇ ਕਨਫਿਊਜ਼ ਹੋ ਜਾਣਾ ਕਿ ਕੀ ਆਰਡਰ ਆ, ਤਾਂ ਮੈਂ ਸਿੰਪਲ ਬਣਾਇਆ। ਹਾਂ ਨਹੀਂ ਮੈਂ ਕਿਹਾ ਮੈਂ ਸੌਖਾ ਕਰਦੀ, ਮੈਂ ਦੱਸ ਦਿੰਦੀ ਹਾਂ ਉਹ ਚੀਜ਼ ਲੈ ਆਓ। she sweet ਆ, ਮੈਂ ਇਹ ਨਹੀਂ ਕਹਿ ਰਹੀ ਕਿ ਉਹ sweet ਨਹੀਂ ਹੈਗੀ। ਨੌਟੀ ਨੇ ਬਹੁਤ। naughty ਨਹੀਂ, ਬਹੁਤ ਨਾਈਸ ਨੇ। ਪਲੀਜ਼ ਇੱਦਾਂ ਨਾ ਕਰੋ। ਮੈਂ ਅਜੇ ਹੋਰ ਵੀ ਪ੍ਰੋਮੋਸ਼ਨ ਸਾਡੀਆਂ ਰਹਿੰਦੀਆਂ ਨੇ। ਬਟ ਆਮ ਵੈਰੀ ਗ੍ਰੇਟਫੁਲ ਕਿ ਮੈਂ ਪੰਜਾਬੀ ਇੰਡਸਟਰੀ ਦੇ ਵਿੱਚ ਕਦਮ ਰੱਖਣ ਜਾ ਰਹੀ ਹਾਂ, ਉਹ ਵੀ ਇੰਨੀ ਵਧੀਆ ਟੀਮ ਦੇ ਨਾਲ। ਸੋ ਆਮ ਵੈਰੀ ਬਲੈਸਡ। ਥੈਂਕ ਯੂ ਟੂ ਸੋਨਮ, ਥੈਂਕ ਯੂ ਟੂ ਅਜੇ, ਥੈਂਕ ਯੂ ਟੂ ਮਨਮੋਹਨ ਸਿੱਧੂ, ਡਾਇਰੈਕਟਰ ਸਮੀਰ ਜੀ ਫॉर ਬਿਲੀਵਿੰਗ ਮੀ। ਆਈ ਮੀਨ ਆਮ ਵੈਰੀ ਗ੍ਰੇਟਫੁਲ। ਸੋਨਮ, ਤੁਹਾਡੇ ਲਈ ਨਾ ਨੋਟ ਹੈਗਾ ਕਿਸੇ ਦਾ। ਨਹੀਂ, ਇਹ ਨੋਟ ਹੈ, ਤੁਸੀਂ ਖੁਦ ਪੜ੍ਹਨਾ ਹੈ ਕੀ ਲਿਖਿਆ ਹੈ। ਪੜ੍ਹ ਲਓਗੀ? ਤੁਸੀਂ ਪਲੀਜ਼ ਆਪਣੀ ਸਵੀਟਨੈਸ ਘੱਟ ਕਰੋ। ਮੈਂ ਤੁਹਾਡੇ ਲਈ ਇੱਕ ਗਿਫਟ ਭੇਜ ਰਿਹਾ ਐਂਡ ਆਲ ਦ ਵੈਰੀ ਬੈਸਟ ਫॉर योर ਫਿਲਮ, ਲਵ ਯੂ। ਉਹ ਨਾਮ ਨਹੀਂ ਕੁਝ ਹੈਗਾ, ਇਹ ਗੁਮਨਾਮ ਬੰਦਾ ਹੈ। ਲੋ ਗਿਫਟ ਸਾਡਾ, ਇਹ ਥੋੜਾ ਰੈਪ ਕਰਕੇ ਇਹਦਾ ਹੁਣ ਮੈਂ ਨਿੰਬੂ ਪਾਣੀ ਪੀ ਲਵਾਂ, ਕੀ ਕਰਨਾ ਹੈ? ਇਹ ਕਿੰਨੇ ਭੇਜਿਆ ਮੇਰੇ ਲਈ? ਉਹ ਇਹਨਾਂ ਸਵੀਟਨੈਸ ਘੱਟ ਕਰੋ ਤੇ ਥੋੜਾ ਖੱਟਾ ਮਨ ਲੈ। ਤੇ ਮੈਨੂੰ ਫਿਰ ਉਹ ਜਿਹੜੀ ਅੰਬੀਆਂ ਹੁੰਦੀਆਂ ਨਾ, ਨੈਕਸਟ ਟਾਈਮ ਉਹ ਭਿਜਵਾਇਓ। ਮੈਨੂੰ ਬੜਾ ਖਾਣ ਦਾ ਸ਼ੌਕ ਆ, ਕੱਚੇ ਅੰਬ ਜਿਹੜੇ ਹੁੰਦੇ ਨਾ ਉਹ। ਬਟ ਇਹ ਕਿਹਦਾ ਥਾਟ ਸੀ? ਬਸ ਕਿਸੇ ਹੈ ਨਾ, ਸੋ ਸਵੀਟ। ਆਈਲ ਕੀਪ ਇਟ। ਓਕੇ ਰਾਜ, ਸੌਰੀ ਅਜੇ ਜੀ। ਰਾਜ ਅਜੇ ਹੈ, ਸੇਮ ਜੇ ਲੱਗਦੇ ਆ ਨਾ। ਤੇ ਮਤਲਬ ਜੋ ਨਾ ਜੇ ਹੈਗਾ। ਮੰਨ ਜਾਊਂਗਾ ਤੁਹਾਡੀ ਗੱਲ। ਨਹੀਂ, ਰਾਜ ਹੈ ਨਾ ਜੇ। ਸ਼ੀ ਸਿੰਗ ਜੇ ਇਨ ਦੀ। ਜੀ ਅਜੇ ਸੈਕਿੰਡ ਫਿਲਮ ਹੈ ਸੋਨਮ ਦੇ ਨਾਲ, ਰਾਈਟ? ਪਹਿਲਾਂ ਤੇ ਤੁਹਾਡੀ ਜਿਹੜੀ ਪਰਸਨੈਲਿਟੀ ਹੈਗੀ ਹੈ ਉਹ ਬਿਲਕੁਲ ਪੋਲੀਟਿਕਸ ਟਾਈਪ ਲੱਗਦੀ, ਜਿੱਦਾਂ ਤੁਸੀਂ ਪੋਲੀਟੀਸ਼ੀਅਨ ਹੋ। ਤੁਹਾਡੀ ਇਹਦੇ ਮੱਥੇ ਤੇ ਵੀ ਦੇਖੋ ਉਹ ਰਹਿੰਦਾ ਹੈ
ਇਹ ਤਾਂ ਸਟ੍ਰੈਸ ਹੀ ਬੜਾ ਲਾਈਫ 'ਚ, ਬੰਦਾ ਕੀ ਕਰੇ। ਸਟ੍ਰੈਸ ਤੇ ਹੋਣਾ ਨਾ, ਦੇਖੋ ਇਹਨੇ ਡਿਸਟ੍ਰੈਸ ਸ਼ੂਜ਼ ਪਾਇਆ, ਕਹਿੰਦੇ ਇਹ ਸ਼ੂਜ਼ ਨੂੰ ਕਹੀਦਾ ਹੈ ਡਿਸਟ੍ਰੈਸ। ਤੁਹਾਨੂੰ ਨਹੀਂ ਲੱਗਦਾ ਕਿ ਕਿਚੜ ਕੁਚੜ ਨਿਕਲ ਕੇ ਬੰਦਾ ਉਹ ਹੈ ਫਿਰ ਨਾ। ਡਾਇਲੋਗ ਵੀ ਸੁਣਾ ਦੋ ਨਾ, ਸਟ੍ਰੈਸ ਤਾਂ ਤੈਨੂੰ ਹੋਣੀ ਆ ਨਾ। ਸਹੀ ਗੱਲ, ਇਹ ਸ਼ੂਜ਼ ਉਦਣ ਪਾਏ ਹੁੰਦੇ ਨਾ ਤੇ ਮੈਂ ਸੱਚੀ ਤੇ ਇਹ ਤਾਂ ਕਢਾ ਦੇਣੇ ਸੀ, ਸਿੱਟ ਦੇਣੇ ਸੀ। ਮੈਂ ਉਸ ਸੀਨ 'ਚ ਸੇਮ ਸ਼ੂਜ਼ ਪਾਏ। ਤੁਸੀਂ ਤੁਹਾਨੂੰ ਚੰਗੇ ਲੱਗੇ ਸੀ। ਨੇਰਾ ਸੀ ਨਾ, ਫਿਰ ਮੈਨੂੰ ਚੰਗੀ ਤਰ੍ਹਾਂ ਦਿਖੇ ਨਹੀਂ, ਸੱਚੀ ਗੱਲ ਆ। ਨਹੀਂ ਤਾਂ ਮੈਂ ਅੱਜ ਵੀ ਆਹ ਸ਼ੂਜ਼ ਮੈਂ ਦੇਖੀ, ਮੈਂ ਕਿ ਇੰਨੇ ਗੰਦੇ ਸ਼ੂਜ਼ ਅਜੇ ਪਾ ਕੇ ਆਇਆ ਹੈ। ਵੈਸੇ ਇਦਾਂ ਤੇ ਕਰਦਾ ਇੰਨਾ ਵੀ ਨਾ ਕਹੋ ਵਾਰ-ਵਾਰ ਗੰਦੇ ਗੰਦੇ, ਉਹਨਾਂ ਨੇ ਕਹਿਣਾ ਕੀ ਕਰਕੇ ਆਇਆ ਨਾਲੇ। ਨਹੀਂ, ਪੈਨ ਕਰੋ, ਪੈਨ ਦਿਖਾਓ ਅਜੇ ਦੇ ਸ਼ੂਜ਼ ਦਿਖਾਓ। ਨਹੀਂ, ਸ਼ੂਜ਼ ਵੱਲ ਕਿਉਂ ਧਿਆਨ ਦੇਣ ਜਦੋਂ ਉਹ ਸਾਡੇ ਸਾਰਿਆਂ ਵੱਲ ਦੇਖ ਰਹੇ ਆ। ਇਹਦਾ ਰੀਜ਼ਨ ਕੀ ਸੀ ਵੈਸੇ? ਮੈਨੂੰ ਪਤਾ ਸੋਨਮ ਸ਼ਾਇਦ ਇਦਾਂ ਦੇ, ਮੈਨੂੰ ਲੱਗਦਾ ਹੈ ਨਾ, ਤੁਸੀਂ ਸਭ ਤੋਂ ਪਹਿਲਾਂ ਜੁੱਤੇ ਦੇਖਦੇ ਹੋ ਬੰਦੇ ਦੇ। ਨਹੀਂ ਮਤਲਬ ਇਹਦਾ ਹੀ ਨਿਕਲਦਾ ਨਹੀਂ, ਮੈਂ ਤਾਂ ਹੋਰ ਕੁਝ ਦੇਖਦੀ ਆ, ਉਹਦੀ ਲਿਸਟ ਆ। ਦ especially men, they should smell good. So first thing that I notice is if they are wearing a nice cologne, ਤਾਂ ਮੈਂ ਉਹ ਦੇ ਨੋਟਿਸ ਕਰਦੀ ਆ। ਓਕੇ, ਤੇ ਅਜੇ ਦਾ ਕੀ ਮਤਲਬ ਨੰਬਰ ਦੋਗੇ? ਹਾਂ, ਜੇ ਫੁੱਲ ਮਾਰਕਸ ਫॉर दैट। ਸਾਰੀ ਤਿਆਰੀ ਤਾਂ ਮੈਂ ਹੀ ਉਹਨਾਂ ਦੀ ਕੀਤੀ ਹੈ ਨਾ, ਕੱਪੜੇ ਚਾਹੂੰਗਾ ਕਿ ਦੱਸੇ। ਕਲੋਨ ਤਾਂ ਮੈਂ ਲਾਉਂਦਾ ਹੀ ਨਹੀਂ, ਇਹ ਨੈਚੁਰਲੀ ਵਧੀਆ ਹੈ ਬਸ। ਕੀ ਹੋਰ ਮੇਕਅਪ ਅਜੇ ਠੀਕ ਆ, ਮੈਂ ਇੱਕ ਡੱਬਾ ਭੇਜਦੀ ਆ, ਯੂ ਮਸਟ ਯੂਜ਼। ਭੇਜੋ ਜੀ, ਭੇਜੋ। ਰਾਜ, ਇਹ ਜਿੱਦਾਂ ਹੁਣ ਕਰਦੇ ਇਦਾਂ ਫਿਲਮ ਦੇ ਵਿੱਚ ਵੀ ਇਹਨਾਂ ਦਾ ਇਦਾਂ ਦੀ ਹੀ ਕੈਮਿਸਟਰੀ ਹੈ, ਜੋ ਪਹਿਲੀ ਇਦਾਂ ਦੀ ਕੈਮਿਸਟਰੀ ਸੀ ਜੋ ਫਿਲਮ 'ਚ ਲੈ ਕੇ ਆਏ ਨੇ। ਬਿਹਾਈਂਡ ਦ ਸੀਨਸ ਇਹ ਕੈਮਿਸਟਰੀ ਹੈ ਤੇ ਸੀਗੀ ਵੀ, ਅਸੀਂ ਬਹੁਤ ਫਨ ਕੀਤਾ, ਬਟ ਫਿਲਮ ਦੇ ਵਿੱਚ ਹੈ ਜਾਂ ਨਹੀਂ ਹੈ ਇਹ ਤਾਂ ਤੁਹਾਨੂੰ 5 ਅਗਸਤ ਨੂੰ ਪਤਾ ਲੱਗਣਾ ਹੈ। ਸੋ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਉਹਦੇ ਲਈ, ਬਿਕਾਜ਼ ਜਿੰਨਾ ਹਾਸਾ ਮਜ਼ਾਕ ਸਾਡੇ ਪ੍ਰੋਮੋਸ਼ਨਸ 'ਤੇ ਚੱਲ ਰਿਹਾ ਆ ਤੇ ਫਿਲਮ ਦੇ BTS ਦੇ ਵਿੱਚ ਦੇਖੋਗੇ, ਉਹ ਹੈ ਜਾਂ ਨਹੀਂ ਹੈ ਇਹ ਤਾਂ ਤੁਹਾਨੂੰ ਦੇਖਣਾ ਹੀ ਪੈਣਾ, ਫਿਲਮ ਜਾ ਕੇ ਦੇਖਣੀ ਪੈਣੀ ਹੈ। ਅੱਛਾ, ਮੇਰੀ ਗੱਲ ਨਾ ਸੋਨਮ ਨੇ ਲਾਸਟ ਟਾਈਮ ਵੀ ਨਹੀਂ ਮੰਨੀ, ਮੈਂ ਇਹਨਾਂ ਨੂੰ ਵੀ ਕਿਹਾ ਸੀ ਕਿ ਵਲੌਗ ਬਣਾਇਆ ਕਰੋ, ਯਾਦ ਹੋਵੇ ਤੁਹਾਨੂੰ, ਤੁਹਾਡੀ ਬਿਊਟੀ ਵਲੌਗ ਬਹੁਤ ਡਿਮਾਂਡਡ ਹੈ। ਤੇ ਅੱਜ ਨਾ ਮੈਂ ਇੱਦਾਂ ਕੁਐਸਚਨ ਪੁੱਛੇ ਕਿ ਜਿਨਮਾਈ ਨੂੰ ਮੈਂ ਦੇਖਣ ਜਾ ਰਹੀ ਸਟਾਰਕਾਸਟ ਨਾਲ ਮਿਲਣ, ਤੁਸੀਂ ਕੋਈ ਕੁਐਸਚਨ ਪੁੱਛਣਾ ਪੁੱਛੋ। ਸਭ ਤੋਂ ਪਹਿਲਾਂ ਜਿੱਦਾਂ ਅਜੇ ਲਈ ਆਇਆ ਕਿ ਸੋਨਮ ਨਾਲ ਕੰਮ ਕਰਕੇ ਕਿੰਨਾ ਕੁ ਵਧੀਆ ਲੱਗਾ, ਸੋਨਮ ਨੋਟੀ ਹੈ ਕਿ ਨਹੀਂ, ਇਦਾਂ ਦੇ ਕੁਐਸਚਨ ਆਏ, ਤੁਸੀਂ ਕੀ ਜਵਾਬ ਦਿਓ? ਨਹੀਂ, ਨੋਟੀ ਵਾਲੀ ਗੱਲ ਤਾਂ ਬਿਲਕੁਲ ਨਹੀਂ ਹੈਗੀ। ਇਹ ਪਹਿਲੀ ਗੱਲ ਤਾਂ ਬਹੁਤ ਹੀ ਮੈਂ ਫੋਰਚੂਨੇਟ ਹੈ ਕਿ ਮੈਨੂੰ ਦੂਸਰੀ ਫਿਲਮ 'ਚ ਵੀ ਮੌਕਾ ਮਿਲਿਆ ਕਿ ਮੈਂ ਇਹਨਾਂ ਦੇ ਆਪੋਜ਼ਿਟ ਪੇਅਰ ਹੋ ਗਿਆ। ਸਪੋਰਟਿਵ ਰਹੇ ਹਾਂ ਹਮੇਸ਼ਾ ਤੋਂ, ਫਰਸਟ ਫਿਲਮ ਤੋਂ ਲੈ ਕੇ ਹੁਣ ਤੱਕ। ਪਲੱਸ ਉਦੋਂ ਇਹ ਫਰਕ ਸੀਗਾ ਬਸ ਕਿ ਉਦੋਂ ਫਰੈਂਡਸ਼ਿਪ ਸ਼ੁਰੂ ਹੋਈ ਸੀ ਬਿਕੋਜ਼ ਤੁਸੀਂ ਇੰਨਾ ਟਾਈਮ ਸਪੈਂਡ ਕਰਦੇ ਹੋ ਸੈੱਟ 'ਤੇ। ਐਤਕੀ ਦੋਸਤੀ ਨਾਲ ਹੀ ਅਸੀਂ ਫਿਲਮ ਸਟਾਰਟ ਕੀਤੀ, ਸੋ ਇਟ ਵਾਸ ਵੈਰੀ ਈਜ਼ੀ ਐਂਡ ਵੈਰੀ ਕੰਫਰਟੇਬਲ ਐਂਡ ਵੈਰੀ ਗੁੱਡ ਐਕਸਪੀਰੀਅੰਸ। ਅੱਛਾ ਸੋਨਮ, ਤੁਹਾਡੇ ਚੀਕਸ ਦੀ ਬਹੁਤ ਤਾਰੀਫ ਹੁੰਦੀ ਹੈ ਕਿ ਚੀਕਸ ਸਾਡੇ ਇੰਨੇ ਕਿਊਟ ਕਿਉਂ ਹੈਗੇ ਆ, ਕੀ ਕਰਦੇ ਹੋ? ਐਕਚੁਅਲੀ ਬੜੀ ਸਟ੍ਰੇਂਜ ਜੀ ਗੱਲ ਆ ਕਿ ਇਨਸਾਨ ਨੂੰ ਕਦੇ ਕਦੇ ਨਾ ਕੋਈ ਚੀਜ਼ ਨਾ ਬੜੀ ਥੋੜੀ ਨਾਟ ਬੜੀ ਬਟ ਦੇਰ ਨਾਲ ਸਮਝ ਆਉਂਦੀ ਆ। ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਔਰ ਕੁਝ ਸਾਲ ਕੰਮ ਵੀ ਕਰ ਰਹੀ ਸੀ ਤਾਂ ਮੈਨੂੰ ਇਹ ਲੱਗਦਾ ਸੀ ਹਾਈ ਮੇਰੇ ਚੀਕਸ ਕਿੰਨੇ ਵੱਡੇ ਆ, ਇੰਨੇ ਮੋਟੇ ਆ, ਮੈਂ ਕਿੱਦਾਂ ਇਹਨਾਂ ਨੂੰ ਘੱਟ ਕਰਾਂ, ਕਿੱਦਾਂ ਪਤਲੇ ਕਰਾਂ, ਕਿੱਦਾਂ। ਸੋ ਆਈ ਨੈਵਰ ਲਾਈਕਡ ਮਾਈ ਚੀਕਸ ਅਰਲੀਅਰ, ਆਈ ਵਾਜ਼ ਵੈਰੀ ਇਨਸਿਕਿਉਰ ਅਬਾਊਟ ਦੈਮ। ਬਟ ਵਿਥ ਟਾਈਮ ਜਿੱਦਾਂ ਹੁਣ ਕੰਪਲੀਮੈਂਟ ਲੋਕ ਦਿੰਦੇ ਆ ਜਾਂ ਪਸੰਦ ਕਰਦੇ ਆ, ਦੈਨ ਆਈ ਹੈਵ ਸਟਾਰਟਿਡ ਲਾਈਕਿੰਗ ਦੈਟ ਅਬਾਊਟ ਮੀ। ਸੋ ਥੈਂਕ ਯੂ ਫॉर ਮੇਕਿੰਗ ਮੀ ਫਾਲ ਇਨ ਲਵ ਵਿਦ ਮਾਈ ਸੈਲਫ ਦ ਵੇ ਆਈ ਥਿੰਕ ਆਈ ਸ਼ੁੱਡ, I would have never had otherwise. So ਹੁਣ ਮੈਨੂੰ ਵੀ ਮੇਰੇ ਚੀਕਸ ਵਧੀਆ ਲੱਗਦੇ ਆ। ਓਕੇ, ਇੱਕ ਹੋਰ ਕੁਐਸਚਨ ਹੈ, ਕੋਕੋ ਲਈ ਵੀ, ਕੋਕੋ ਦੀ ਨਾ ਨੌਕਰੀ ਤੇ ਨਜ਼ਰ ਪਾਈ ਜਾ ਰਹੀ ਹੈ ਕਿ ਸੋਨਮ ਜੀ ਮੈਂ ਤੋਂ ਮੇਕਅਪ ਕਦੋਂ ਕਰਾ ਰਹੇ ਹੋ ਤੁਸੀਂ? ਰਾਈਟ, ਸੀਰੀਅਸਲੀ ਇਹ ਨਵਨੀਤ ਬਾਜਵਾ ਨੇ ਪੁੱਛਿਆ ਸੋਨਮ ਬਾਜਵਾ ਨੂੰ। ਆਈ ਐਮ ਸ਼ੋਰ ਬਹੁਤ ਜਲਦੀ, ਕਿਉਂਕਿ ਕੋਕੋ ਦੇ ਲੱਛਣ ਜਿਹੜੇ ਅੱਜ ਕੱਲ੍ਹ ਉਹ ਬਹੁਤ ਵਿਗੜ ਰਹੇ ਆ। ਉਹ ਮੈਨੂੰ ਕਹਿ ਕੇ ਵੀ ਕਦੀ ਕਦੀ ਉਹ ਸ਼ੂਟ 'ਤੇ ਨਹੀਂ ਆਉਂਦਾ, ਕਿਉਂਕਿ ਹੁਣ ਕੋਕੋ ਦੇ ਹੋਰ ਕਾਫੀ ਚੀਜ਼ਾਂ ਚੱਲ ਰਹੀਆਂ ਆ। ਸੋ ਹੁਣ ਮੈਨੂੰ ਐਕਚੁਅਲੀ ਬੈਕਅਪ 'ਚ ਇੱਕ ਮੇਕਅਪ ਆਰਟਿਸਟ ਚਾਹੀਦਾ ਹੀ ਆ, ਬਿਕਾਜ਼ ਹੁਣ ਉਹਨਾਂ ਨੇ ਮਾਡਲਿੰਗ ਸ਼ੁਰੂ ਕਰਤੀ ਆ, ਉਹ ਆਪ ਹੀ ਇੱਕ ਸੈਲੀਬ੍ਰਿਟੀ ਆ, ਹੈ ਨਾ। ਤਾਂ ਦੇਖੋ ਕੋਕੋ ਸੋ ਵੈਲ ਮੇਬੀ ਇਨ ਫਿਊਚਰ ਫॉर श्योर। ਰਾਜ, ਤੁਹਾਡੇ ਲਈ ਕੁਐਸਚਨ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਜਿੱਦਾਂ ਐਂਟਰੀ ਕੀਤੀ ਹੈ ਪੰਜਾਬੀ ਇੰਡਸਟਰੀ 'ਚ, ਹੈ ਨਾ, ਤੇ ਉਹ ਤੁਹਾਡੀ ਨਾ ਪੰਜਾਬੀ ਟੈਸਟ ਕਰਨਾ ਚਾਹੁੰਦੇ ਸੀਗੇ ਤੇ ਉਹਨਾਂ ਨੂੰ ਕੁਝ ਟ੍ਰੇਲਰ ਤੋਂ ਚਲੋ ਆਈਡੀਆ ਨਹੀਂ ਹੋਇਆ, ਲੇਕਿਨ ਤੁਸੀਂ ਪੰਜਾਬੀ ਪਹਿਲੀ ਸਿੱਖੀ ਹੋਈ ਸੀ ਕਿ ਇੱਧਰੋਂ ਆ ਕੇ ਸਿੱਖੀ? ਨਹੀਂ, ਆਈ ਥਿੰਕ ਮੈਂ ਬਹੁਤ ਫੋਰਚੂਨੇਟ ਹਾਂ ਕਿ ਮੈਂ ਬਾਹਰ ਰਹਿੰਦਿਆਂ ਹੋਏ ਵੀ ਤੇ ਜੰਮੀ ਪੜੀ ਵੀ ਮੈਂ ਬਾਹਰਲੀ ਹਾਂ। ਬਟ ਸਾਡੇ ਘਰੇ ਹਮੇਸ਼ਾ ਇੱਕ ਰੂਲ ਹੁੰਦਾ ਸੀਗਾ ਕਿ ਜੇ ਤੁਸੀਂ ਘਰ ਦੇ ਅੰਦਰ ਆਉਣਾ ਆ ਤਾਂ ਤੁਸੀਂ ਪੰਜਾਬੀ ਹੀ ਬੋਲਣੀ ਆ, ਬਿਕਾਜ਼ ਇੰਗਲਿਸ਼ ਜਾਂ ਆਈ ਐਮ ਬੋਰਨ ਇਨ ਫਰਾਂਸ, ਸੋ ਫਰੈਂਚ ਤਾਂ ਅਸੀਂ ਬਾਹਰ ਵੀ ਸਿੱਖ ਲੈਂਦੇ ਸੀ ਉੱਥੇ ਸਕੂਲਾਂ ਦੇ ਵਿੱਚ ਜਾਂ ਫਿਰ ਐਨੀਵੇਅਰ ਯੂ ਗੋ, ਉੱਥੇ ਕੋਈ ਪੰਜਾਬੀ ਇੰਨਾ ਨਹੀਂ ਬੋਲਦਾ। ਸਮਾਂ ਕਿ UK 'ਚ ਤਾਂ ਫਿਰ ਵੀ ਬੋਲਦੇ ਨੇ ਬਟ ਫਰਾਂਸ ਦੇ ਵਿੱਚ ਤਾਂ ਬਿਲਕੁਲ ਨਹੀਂ। ਸੋ ਆਈ ਐਮ ਫੋਰਚੂਨੇਟ, ਮੈਨੂੰ ਮੇਰੇ ਪੇਰੈਂਟਸਾਂ ਨੇ ਫੋਰਸ ਕਰਕੇ ਉਦੋਂ ਤਾਂ
ਮੈਨੂੰ ਬਹੁਤ ਔਖਾ ਵੀ ਲੱਗਦਾ ਸੀਗਾ। ਮੈਂ ਪੰਜਾਬੀ ਲਿਖਣੀ ਤੇ ਪੜ੍ਹਨੀ ਵੀ ਸਿੱਖੀ ਆ, ਸੋ ਉਹਦੇ ਨਾਲ ਮੈਨੂੰ ਬਹੁਤ ਹੈਲਪ ਮਿਲੀ ਹੈ। ਜਦੋਂ ਮੈਂ ਹੁਣ ਇੱਥੇ ਕੰਮ ਕਰ ਰਹੀ ਹਾਂ ਤਾਂ ਓਬਵੀਅਸਲੀ ਉਹਦਾ ਬਹੁਤ ਅਸਰ ਹੈ। ਓਕੇ, ਮੈਂ ਤਿੰਨਾਂ ਨੂੰ ਇੱਕ ਲਾਸਟ ਕੁਐਸਚਨ ਪੁੱਛਣਾ ਚਾਹੁੰਦੀ ਹਾਂ। ਪਹਿਲਾਂ ਤੇ ਇੱਕ ਨਾ ਤਸਵੀਰ ਆਈ ਸੀ ਰਣਵੀਰ ਸਿੰਘ ਦੀ, ਤੁਹਾਨੂੰ ਸਾਰਿਆਂ ਨੂੰ ਪਤਾ ਨੇਕ ਥੋੜੀ ਸੀ ਹੈ ਨਾ ਸਾਡੇ ਪੰਜਾਬੀ ਸੋਨਮ, ਪਹਿਲਾਂ ਤਾਂ ਸਲੂਟ ਹੈ, ਤੁਸੀਂ ਨਾ ਜੋ ਸੋਚ ਚੇਂਜ ਕੀਤੀ ਹੈ। ਪਹਿਲਾਂ ਨਾ ਪੰਜਾਬੀ ਇੰਡਸਟਰੀ ਨੂੰ ਸਿਰਫ ਦੇਖਿਆ ਜਾਂਦਾ ਸੀ ਕਿ ਸੂਟ ਪਾਇਆ ਕੁੜੀ ਨੇ ਠੀਕ ਹੈ, ਤੁਸੀਂ ਡਰੈਸਿਸ ਵੀ ਪਾਉਂਦੇ ਹੋ ਤਾਂ ਵੀ ਵਾਹਵਾਹੀ ਹੁੰਦੀ ਹੈ, ਸੂਟ ਵੀ ਪਾਉਂਦੇ ਹੋ ਵਾਹਵਾਹੀ ਹੁੰਦੀ ਹੈ, ਹਰ ਚੀਜ਼ ਦੀ ਤੁਸੀਂ ਸੋਚ ਚੇਂਜ ਕੀਤੀ ਹੈ। ਲੇਕਿਨ ਅਗਰ ਉਹ ਚੀਜ਼ ਰਣਵੀਰ ਸਿੰਘ ਨੇ ਜੋ ਕੀਤੀ ਹੈ ਸਾਡੀ ਇੰਡਸਟਰੀ 'ਚ ਕੋਈ ਕੁੜੀ ਕਰਦੀ, ਸਾਡੀ ਵੀ ਨਹੀਂ ਉੱਧਰ ਦੀ ਇੰਡਸਟਰੀ 'ਚ, ਤੇ ਲੋਕੀ ਧਰਨੇ ਤੱਕ ਆ ਜਾਂਦੇ, ਉਹਨੂੰ ਮਾਰਨ ਤੱਕ ਆ ਜਾਂਦੇ। ਇਹ ਸੋਚ ਸੁਸਾਇਟੀ ਕਦੋਂ ਚੇਂਜ ਹੋਏਗੀ, ਜਾਂ ਤੁਹਾਨੂੰ ਲੱਗਦਾ ਕਿ ਠੀਕ ਹੈ ਹੁਣ ਲੜਕੀ ਨੂੰ ਨਹੀਂ ਕਰਨਾ ਚਾਹੀਦਾ? ਦੇਖੋ, ਆਈ ਐਮ ਨੋ ਵਨ ਟੂ ਟੈਲ ਐਨੀਵਨ ਕਿ ਕਿਸੇ ਨੂੰ ਕੀ ਕਰਨਾ ਚਾਹੀਦਾ ਆ, ਪਰ ਇਹ ਤਾਂ ਸੋਸਾਇਟੀ 'ਚ ਦੇਖੋ ਵੀ ਆਲ ਨੋ ਇੱਕ ਉਹ ਡਿਫਰੈਂਸ ਹੈ। ਔਰ ਇਹ ਜੋ ਇਕੁਆਲਿਟੀ ਦੀ ਜੋ ਗੱਲ ਹੋ ਰਹੀ ਆ ਨਾ, ਇਹ ਬਹੁਤ ਸਾਲਾਂ ਤੋਂ ਹੋ ਰਹੀ ਆ। ਪਰ ਦ ਗੁੱਡ ਥਿੰਗ ਇਜ਼ ਐਟਲੀਸਟ ਯੂ ਆਰ ਕੁਐਸਚਨਿੰਗ ਟੁਡੇ ਕਿ ਇਫ ਜੇ ਉਹ ਫੋਟੋ ਸ਼ੂਟ ਕੁੜੀ ਕਰਦੀ ਤਾਂ ਉਹਦੇ ਅੱਗੇ ਕੀ ਹੋਣਾ ਸੀ, ਔਰ ਫਿਲਹਾਲ ਜੋ ਚੀਜ਼ ਚੱਲ ਰਹੀ ਆ। ਸੋ ਪਹਿਲਾਂ ਤਾਂ ਕਦੀ ਕੁਐਸਚਨ ਵੀ ਨਹੀਂ ਸੀ ਉੱਠਦਾ। ਸੋ ਆਈ ਐਮ ਸੋ ਗਲੈਡ ਦੈਟ ਦ ਯੰਗ ਜਨਰੇਸ਼ਨ ਔਰ ਈਵਨ ਪੀਪਲ ਇਨ ਜਨਰਲ, ਨਾਟ ਜਸਟ ਓਨਲੀ ਯੰਗ ਜਨਰੇਸ਼ਨ, ਐਟਲੀਸਟ ਇੱਕ ਅਵੇਅਰਨੈਸ ਆ ਰਹੀ ਆ ਕਿ ਇਕੁਆਲਿਟੀ ਕਿੱਥੇ ਆ, ਜਾਂ ਇਕੁਆਲਿਟੀ ਦੀ ਲੋਕੀ ਗੱਲ ਕਰ ਰਿਹਾ। ਪਹਿਲਾਂ ਤਾਂ ਇਸ ਬਾਰੇ ਗੱਲ ਹੁੰਦੀ ਨਹੀਂ ਸੀ, ਇੱਦਾਂ ਹੀ ਕਿਹਾ ਜਾਂਦਾ ਦਿਸ ਇਜ਼ ਇਟ। ਸੋ ਆਈ ਵੁੱਡ ਸੇ ਕਿ ਇੱਕ ਇੰਪਰੂਵਮੈਂਟ ਹੈਗੀ ਆ, ਲੋਕਾਂ 'ਚ ਅਵੇਅਰਨੈਸ ਆ, ਔਰ ਬਹੁਤ ਮੁੰਡਿਆਂ ਤੋਂ ਵੀ ਇਸ ਚੀਜ਼ ਦੀ ਸਪੋਰਟ ਆ। ਮੈਂ ਦੇਖਦੀ ਹਾਂ ਕਿ ਕਿੰਨੇ ਸਾਰੇ ਆਈ ਮੀਨ ਮੁੰਡੇ ਸਪੋਰਟ ਕਰਦੇ ਇਸ ਚੀਜ਼ ਨੂੰ। ਗਲਤ ਕੀ ਆ ਸਹੀ ਕੀ ਆ ਉਹ ਤਾਂ ਇੱਕ ਬਹੁਤ ਅੱਡ ਟੌਪਿਕ ਆ, ਬਟ ਇਕੁਆਲਿਟੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਮੁੰਡੇ ਵੀ ਸਪੋਰਟ ਕਰ ਰਿਹਾ, ਵਿਚ ਇਜ਼ ਇਨਕ੍ਰੈਡੀਬਲ। ਸੋ ਬਾਕੀ ਆਈ ਡੋਂਟ ਨੋ, ਆਈ ਐਮ ਨੋਟ, ਮੈਂ ਮੇਰੀ ਸਮਝ ਇੰਨੀ ਜ਼ਿਆਦਾ ਨਹੀਂ ਆ ਇਸ ਚੀਜ਼ 'ਤੇ ਕੌਮੈਂਟ ਕਰਨਾ, ਬਟ ਜਿਸ ਇੰਟੈਂਸ਼ਨ ਨਾਲ ਤੁਸੀਂ ਸਵਾਲ ਪੁੱਛਿਆ ਆਈ ਐਪਰੀਸ਼ੀਏਟ ਦੈਟ। ਕੁੜੀਆਂ ਮੁੰਡੇ ਨੂੰ ਇੱਕ ਇਕੁਅਲ ਜਿਹੜਾ ਆ ਨਾ ਟਰੀਟਮੈਂਟ ਮਿਲਣਾ ਚਾਹੀਦਾ, ਚਾਹੇ ਕਿਸੇ ਵੀ ਫੀਲਡ ਦੇ ਵਿੱਚ ਹੋਵੇ। ਸੋ ਯਾ ਆਈ ਬਿਲੀਵ ਇਨ ਦੈਟ ਟੂ। ਰਾਜ, ਤੁਸੀਂ ਕੀ ਕਹਿਣਾ ਚਾਹੋਗੇ? I mean, Sonam has a lot more experience, so of course ਜੋ ਉਹਨਾਂ ਨੇ ਕਿਹਾ it's the same, and I think things are changing। ਜੇ ਤੁਸੀਂ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੀ ਹੀ ਗੱਲ ਕਰ ਲਓ, ਪਹਿਲਾਂ ਤਾਂ ਮੈਂ ਇੱਕ ਮਿੰਟ ਤੁਹਾਨੂੰ ਰੋਕਣਾ ਚਾਹੂੰਗੀ, ਤੁਸੀਂ ਨਾ ਫੋਰਨ ਤੋਂ ਆਏ ਹੋ, ਫੋਰਨ ਦਾ ਮਾਹੌਲ ਇੰਡੀਆ ਦਾ ਮਾਹੌਲ ਕਿੰਨਾ ਕੁ ਚੇਂਜ ਹੈਗਾ ਇਹ 'ਚ? ਨਹੀਂ, ਬਹੁਤ ਫ਼ਰਕ ਹੈ, ਬਹੁਤ ਫ਼ਰਕ ਹੈ, ਬਿਕੋਜ਼ ਇੱਥੇ ਆਪਣਾ ਕਲਚਰ ਹੈ, ਉੱਥੇ ਕਲਚਰ ਡਿਫਰੈਂਟ ਹੈ। ਉੱਥੇ ਹੁਣ ਅਸੀਂ ਵੀ ਜਿੱਦਾਂ ਮੈਨੂੰ ਬਹੁਤ ਚੀਜ਼ਾਂ ਲਾਈਕ ਆਈ ਹੈਡ ਟੂ ਫੇਸ ਅ ਲੋਟ ਆਫ ਥਿੰਗਸ ਜਦ ਮੈਂ ਇੱਥੇ ਆਈ ਹਾਂ, ਬਿਕੋਜ਼ ਇੱਥੇ ਕੁੜੀਆਂ ਲਈ ਡਿਫਰੈਂਟ ਮਾਹੌਲ ਹੈ, ਮੁੰਡਿਆਂ ਲਈ ਡਿਫਰੈਂਟ ਮਾਹੌਲ ਹੈ। ਇਟਸ ਜਸਟ ਦ ਕਲਚਰ। ਆਈ ਡੋਂਟ ਥਿੰਕ ਬੈਡ ਜਾਂ ਗੁੱਡ ਨਹੀਂ ਹੁੰਦਾ। ਪੰਜਾਬ ਦਾ ਇੱਕ ਆਪਣਾ ਤਰੀਕਾ ਹੈ ਚੱਲਣ ਦਾ, ਇੰਗਲੈਂਡ ਦਾ ਆਪਣਾ ਤਰੀਕਾ ਹੈ। ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿੰਨੀ ਡਿਫਰੈਂਸ ਹੈ। ਇਟਸ ਜਸਟ ਕੰਪਲੀਟਲੀ ਡਿਫਰੈਂਟ ਕੰਟਰੀਜ਼, ਡਿਫਰੈਂਟ ਕਲਚਰਸ। ਵੀ ਕਮ ਫਰਮ ਵੈਰੀ ਡਿਫਰੈਂਟ ਬੈਕਗਰਾਊਂਡਸ। ਬਟ ਕਮਿੰਗ ਬੈਕ ਟੂ ਯੂਰ ਪੁਆਇੰਟ, ਆਈ ਥਿੰਕ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹੀ ਬਹੁਤ ਗਰੋਥ ਹੋਈ ਹੈ। ਆਈ ਮੀਨ ਸੋਨਮ ਹੈਜ਼ ਸੋ ਮਚ ਚੇਂਜ ਆਫਟਰ ਗੁੱਡੀਆਂ ਪਟੋਲੇ। ਤਾਂ ਇੱਦਾਂ ਨਹੀਂ ਹੈ ਕਿ ਚੇਂਜ ਨਹੀਂ ਹੋ ਰਿਹਾ, ਓਬਵੀਅਸਲੀ ਥੋੜ੍ਹਾ ਟਾਈਮ ਲੱਗ ਰਿਹਾ ਹੈ, ਬਿਕੋਜ਼ ਵੀ ਲਿਵ ਇਨ ਅ ਮੇਲ ਡੋਮੀਨੈਂਟ society, so ਜੋ ਸ਼ਾਇਦ ਮੇਬੀ ਗਲਤ ਹੈਗਾ, ਹੌਲੀ ਹੌਲੀ ਚੇਂਜ ਹੋ ਰਿਹਾ ਹੈ, ਬਟ ਦਿਸ ਇਜ਼ ਦ ਨੋਰਮ ਆਈ ਥਿੰਕ ਇਨ ਐਨੀ ਕੰਟਰੀ, ਚਾਹੇ ਉਹ ਯੂਕੇ 'ਚ ਲਾ ਲਓ, ਚਾਹੇ ਤੁਸੀਂ ਪੋਲੀਟਿਕਸ ਦੇ ਵਿੱਚ ਵੀ ਦੇਖ ਲਓ। ਪੋਲੀਟਿਕਸ ਦੇ ਵਿੱਚ ਵੀ ਸਾਡੀ ਬਹੁਤ ਅੰਡਰ ਰੈਪਰੈਜ਼ੈਂਟੇਸ਼ਨ ਹੈ, ਬਟ ਹੌਲੀ ਹੌਲੀ ਉਹ ਚੇਂਜ ਹੋ ਰਿਹਾ। ਸੋ ਹੋਪਫੁਲੀ ਲੈਟਸ ਸੀ ਐਜ਼ ਥਿੰਗਸ ਆਰ ਗੋਇੰਗ, ਐਜ਼ ਥਿੰਗਸ ਆਰ ਚੇਂਜਿੰਗ, ਤਾਂ ਮੈਨੂੰ ਲੱਗਦਾ ਚੇਂਜ ਆਊਗਾ। ਜੀ ਇਹੀ ਕੁਐਸਚਨ, ਬਟ ਉਹਦੇ ਲਈ ਪੁੱਛਣਾ ਚਾਹੂੰਗੀ, ਜਿੱਦਾਂ ਸੋਨਮ ਨੇ ਕਿਹਾ ਕਿ ਇਕੁਆਲਿਟੀ ਕਿੱਥੇ ਹੈ, ਇਹਨਾਂ ਨੇ ਕਿਹਾ ਕਲਚਰ ਹੈ ਸਾਡਾ, ਲੇਕਿਨ ਜੇਕਰ ਕੁੜੀ ਰਾਤੀ 11-12 ਵਜੇ ਆ ਰਹੀ ਹੈ ਨਾ ਕਿੱਥੋਂ, ਤੇ ਉਹ ਮਤਲਬ ਗੰਦੀ ਨਜ਼ਰ ਨਾਲ ਹੀ ਦੇਖਿਆ ਜਾਂਦਾ, ਵਾਕਈ ਦੇਖਿਆ ਜਾਂਦਾ ਸ਼ਾਇਦ ਈਵਨ ਕਿ ਅਸੀਂ ਆਮ ਆਦਮੀ ਨੇ ਵੀ ਸਹੀ ਹੋਣੀ, ਈਵਨ ਸਟਾਰਸ ਨੇ ਵੀ ਇਹ ਗੱਲ ਸਹੀ ਹੋਣੀ ਕਿਤੇ ਨਾ ਕਿਤੇ। ਮੈਂ ਦੇਖੋ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ, ਉਹ ਚੀਜ਼ ਸਮ ਅਪ ਕਰ ਦੂੰਗਾ। ਛੋਟੀ ਜਿਹੀ ਲਾਈਫ ਹੈ, ਲਿਵ ਐਂਡ ਲੈਟ ਲਿਵ। ਕੋਈ ਜੋ ਮਰਜ਼ੀ ਕਰੇ, ਕੀ ਫਰਕ ਪੈਂਦਾ ਕਿਸੇ ਦੀ ਲਾਈਫ 'ਚ, ਨਾ ਫਾਲਤੂ ਦਖਲ ਅੰਦਾਜ਼ੀ ਦਿਓ। ਸੋ ਸਾਰਿਆਂ ਲਈ ਬਰਾਬਰ ਹੋਣੀ ਚਾਹੀਦੀ ਚੀਜ਼, ਸੋ ਸਿੰਪਲ ਐਜ਼ ਦੈਟ। ਥੈਂਕ ਯੂ ਸੋ ਮਚ ਐਂਡ एवरीवन, ਆਲ ਦ ਵੈਰੀ ਬੈਸਟ ਫॉर ਜਿੰਦਮਾਈ। ਐਂਡ ਯੈਸ, ਤੁਹਾਡੀ ਗੁਰਨਾਮ ਦੇ ਨਾਲ ਜਿਹੜੀ ਜੋੜੀ ਹੈ ਨਾ, ਉਹਨੇ ਜੋ ਕਮੈਂਟ ਆ ਰਹੇ ਨੇ ਹੈ ਨਾ, ਅਜੇ ਦੇ ਨਾਲ ਜੋ ਆ ਰਹੇ ਸੀਗੇ, ਗੁਰਨਾਮ ਦੇ ਨਾਲ ਵੀ ਬਹੁਤ ਆ ਰਹੇ, ਉਹਨਾਂ ਦੇ ਤਾਂ ਥੋੜਾ ਬਹੁਤ ਕੰਮ ਸੀਗਾ ਹੈ ਨਾ, ਸ਼ਾਇਦ ਉਹਨਾਂ ਦਾ ਗੈਸਟ ਅਪੀਅਰੈਂਸ ਹੈਗਾ। ਯੂ ਵਿਲ ਫਾਈਂਡ ਦੈਟ ਆਊਟ ਇਨ ਦ ਫਿਲਮ। ਬਾਕੀ ਇਹ ਜ਼ਰੂਰ ਆ ਕਿ ਗੁਰਨਾਮ, ਵੀ ਆਰ ਵੈਰੀ ਥੈਂਕਫੁਲ ਐਜ਼ ਅ ਟੀਮ ਕਿ ਗੁਰਨਾਮ ਨੇ ਉਹ ਰੋਲ ਕੀਤਾ, ਕਿਉਂਕਿ ਸਾਡੀ ਟੀਮ ਨੂੰ we didn't have anyone else in our mind, ਕਿਉਂਕਿ ਉਹ ਗੁਰਨਾਮ 'ਤੇ ਇੰਨਾ ਜੱਚਦਾ ਹੈ ਉਹ ਰੋਲ, ਐਂਡ ਉਹਨਾਂ ਦੀ
ਮੇਰੀ ਆਬਜ਼ਰਵੇਸ਼ਨ ਹੈ ਕਿ ਉਹਨਾਂ ਦੀ ਰੀਅਲ ਲਾਈਫ ਪਰਸਨੈਲਿਟੀ ਜੋ ਆ ਸ਼ਾਇਰ ਉਹ ਰੀਅਲ 'ਚ ਵੀ ਉਹ ਸ਼ਾਇਰ ਆ, ਲਿਖਦੇ ਆ, ਹੀ ਇਜ਼ ਅ ਵੈਰੀ ਗੁੱਡ ਆਰਟਿਸਟ। ਸੋ ਆਈ ਥਿੰਕ ਉਹਨਾਂ ਤੋਂ ਬੈਟਰ ਕੋਈ ਵੀ ਨਹੀਂ ਸੀ ਪਲੇ ਕਰ ਸਕਦਾ, ਐਂਡ ਹੀ ਇਜ਼ ਡਨ ਦੈਟ ਸੋ ਵੈਲ, ਔਰ ਉਹ ਇੰਨੇ ਵਧੀਆ ਲੱਗੇ ਆ ਫਿਲਮ ਦੇ ਵਿੱਚ, ਤੁਸੀਂ ਦੇਖੋਗੇ। ਸੋ ਉਹਨਾਂ ਦੇ ਫੈਨਸ ਵੀ ਜਿਹੜੇ ਨੇ ਦੇ ਕੈਨ ਕਮ ਐਂਡ ਗੈਟ ਅ ਗਲਿਮਸ ਆਫ ਗੁਰਨਾਮ ਆਲਸੋ, ਹੀ ਇਜ਼ ਰੀਲੀ ਗੁੱਡ ਇਨ ਦ ਫਿਲਮ। ਅੱਛਾ, ਤੁਸੀਂ ਕੀ ਕਹਿਣਾ ਚਾਹੋਗੇ ਗੁਰਨਾਮ ਬਾਰੇ ਪਾਰਟਿਕੂਲਰਲੀ, ਐਂਡ ਨਾਲ ਹੀ ਨਾਲ ਜਿੰਦਮਾਈ ਲਈ ਕੀ ਮੈਸੇਜ ਦੇਣਾ ਚਾਹੋਗੇ? ਸੀ ਗੁਰਨਾਮ ਭਾਜੀ ਲਈ ਤਾਂ ਮੈਂ ਆਈ ਵਾਸ ਆਲਵੇਜ਼ ਅ ਫੈਨ ਉਹਨਾਂ ਦੀ ਸਿੰਗਿੰਗ ਦਾ, ਅਤੇ ਉਹਨਾਂ ਨਾਲ ਕੰਮ ਕਰਨ ਦਾ ਪਹਿਲੀ ਵਾਰ ਮੌਕਾ ਮਿਲਿਆ, ਅਤੇ ਉਹਨਾਂ ਦਾ ਜਿੱਦਾਂ ਦੇ ਉਹ ਇਨਸਾਨ ਹੈ ਮੈਂ ਉਹਨਾਂ ਦਾ ਵੀ ਫੈਨ ਬਣ ਗਿਆ, ਬਿਕੋਜ਼ ਮੈਂ ਹੁਣ ਪਰਸਨਲੀ ਉਹਨਾਂ ਨੂੰ ਜਾਣਦਾ। ਅਤੇ ਜਿੰਦਮਾਈ ਲਈ ਮੈਂ ਇਹੀ ਕਹੂੰਗਾ, ਤੁਸੀਂ ਪਲੀਜ਼ ਪੰਜਾਬੀ ਸਿਨੇਮਾ ਸਪੋਰਟ ਕਰੋ। ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਮਾਂ ਬੋਲੀ 'ਚ ਜਿਹੜਾ ਸਿਨੇਮਾ ਹੈ ਉਹ ਗਰੋ ਕਰੇ, ਉਹ ਬਾਕੀ ਰੀਜਨਲ ਸਿਨੇਮਾਜ਼ ਨੂੰ ਟੱਕਰ ਦੇਵੇ, ਉਹ ਤਾਂ ਹੀ ਦੇ ਪਾਏਗਾ। ਤੁਸੀਂ ਹੌਲੀ ਹੌਲੀ ਉਹਨੂੰ ਸਪੋਰਟ ਕਰੋਗੇ ਅਤੇ ਉਹ ਵੱਡਾ ਹੋਏਗਾ। ਪਲੀਜ਼ 5 ਅਗਸਤ ਨੂੰ ਸਾਰੀ ਫੈਮਿਲੀ ਨਾਲ ਆਪਣੀ ਨਾਲ ਜਾ ਕੇ ਥੀਏਟਰ 'ਚ ਜਿੰਦਮਾਈ ਦੇਖੋ। ਓਕੇ ਰਾਜ, ਤੁਸੀਂ ਕੀ ਕਹਿਣਾ? ਐਗਜ਼ੈਕਟਲੀ ਵਾਟ ਅਜੇ ਐਂਡ ਸੋਨਮ ਸੈਡ, ਤੁਸੀਂ ਜਿੰਦਮਾਹੀ ਦੇਖ ਕੇ ਆਓ, ਬਹੁਤ ਹੀ ਵਧੀਆ ਫਿਲਮ ਹੈ। 5 ਅਗਸਟ ਬਸ ਇਹ ਡੇਟ ਯਾਦ ਰੱਖਣੀ ਹੈ ਤੁਸੀਂ, ਅਤੇ ਫਰਾਈਡੇਜ਼ ਨੂੰ ਜਾ ਕੇ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਿੰਦਮਾਹੀ ਦੇਖਣੀ ਹੈ। सो थैंक यू एवरीवन, थैंक यू सो मच, है ना, बहुत अच्छा लगा। एंड 5 अगस्त यानी कि 5 अगस्त डेट बुक कर लो, फ्राइडे ही होंदा है उस दिन जाके देखनी है जिंद माई थिएटर्स से। एंड अगर तुसी ट्रेलर देख चुके हो सानू कमेंट करके जरूर दसो तुहानू ट्रेलर किवें दा लगा। टिल दैट देखते रहो चैनल 7, मैनू तो इजाजत, सत श्री अकाल।